ਹੁਣ ਬੋਲਣਾ ਹੈ ਪਰਮਾਤਮਾ ਦੀ ਅਕਲ ਨਾਲ, ਹੁਣ ਵੇਖਣਾ ਹੈ ਪਰਮਾਤਮਾ ਦੀ ਮਤ ਨਾਲ, ਹੁਣ ਖਾਣਾ ਪੀਣਾ ਹੈ ਪਰਮਾਤਮਾ ਦੀ ਮਤ ਨਾਲ, ਹੁਣ ਜੀਵਣਾ ਹੈ ਪਰਮਾਤਮਾ ਦੀ ਮਤ ਨਾਲ, ਹੁਣ ਹੱਸਣਾ ਤੇ ਰੋਣਾ ਹੈ ਪਰਮਾਤਮਾ ਦੀ ਮਤ ਨਾਲ, ਹੁਣ ਜੀਵਣਾ ਤੇ ਮਰਨਾ ਹੈ ਪਰਮਾਤਮਾ ਦੀ ਮਤ ਨਾਲ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਨਹੀਂ ਖਾਉਂਦਾ ਹੋਵੇਗਾ ਹਿੰਦੂ ਗਊ, ਪਰ ਪਰਾਇਆ ਹੱਕ ਖਾ ਰਹੇ ਤਾਂ ਗਊ ਵੀ ਖਾ ਰਹੇ। ਨਹੀਂ ਖਾਂਦਾ ਹੋਵੇਗਾ ਮੁਸਲਮਾਨ ਸੂਰ, ਪਰ ਪਰਾਇਆ ਹੱਕ ਖਾ ਰਹੇ ਤਾਂ ਸੂਰ ਹੀ ਖਾ ਰਹੇ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਇੱਕ ਦੇਸ਼ ਦੂਜੇ ਦੇਸ਼ ਦਾ ਹੱਕ ਮਾਰ ਜਾਂਦਾ ਹੈ। ਬੜੇ ਵੱਡੇ ਦੇਸ਼ ਜੋ ਛੋਟੇ ਦੇਸ਼ਾਂ ਦਾ ਹੱਕ ਖੋਹ ਲੈਂਦਾ ਹੈ। ਸਾਰੀ ਦੁਨੀਆ 'ਚ ਇਸ ਤਰ੍ਹਾਂ ਚੱਲਦਾ ਹੈ। ਵੱਡੀਆਂ ਕੌਮਾਂ ਛੋਟੀ ਕੌਮਾਂ ਦਾ ਹੱਕ ਖੋਹ ਲੈਂਦੀਆਂ ਨੇ। ਵੱਡੇ ਮਨੁੱਖ ਛੋਟੇ ਮਨੁੱਖਾਂ ਦਾ ਹੱਕ ਖੋਹ ਲੈਂਦੇ ਨੇ। ਸੂਰ ਖਾਂਦੇ ਨੇ ਜਾਂ ਗਊ ਖਾਂਦੇ ਨੇ, ਹੋਰ ਕੀ ਹੈ ਅਗਰ ਇਸ ਹਿਸਾਬ ਨਾਲ ਲਓਗੇ ਤੇ। ਸੂਰ ਖਾਂਦੇ ਨੇ, ਗਊ ਖਾਂਦੇ ਨੇ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੁਰੂ ਪੀਰ ਹਾਮੀ ਭਰ ਸਕਦਾ ਅਗਰ ਮੁਰਦਾਰ ਨਾ ਖਾਵੇ ਤਾਂ ਮੁਰਦਾਰ ਕੀ ਹੈ? ਹਿੰਦੂ ਲਈ ਗਊ ਖਾਣਾ, ਮੁਸਲਮਾਨ ਲਈ ਸੂਰ ਖਾਣਾ, ਪਰਾਇਆ ਹੱਕ ਮੁਰਦਾਰ ਹੈ, ਮੁਰਦਾ ਹੈ। ਇਹ ਤਾਂ ਮੁਰਦਾ ਖਾਣਾ ਹੈ। ਔਖੇ ਨਾ ਹੋਣਾ, ਬਗੌਰ ਗਹਿਰਾਈ ਨਾਲ ਦੇਖੋਗੇ ਵੱਡੇ ਦੇਸ਼ ਛੋਟੇ ਦੇਸ਼ਾਂ ਨੂੰ ਖਾ ਰਹੇ ਨੇ, ਮੁਰਦੇ ਖਾ ਰਹੇ ਨੇ। ਵੱਡੀਆਂ ਕੌਮਾਂ ਛੋਟੀਆਂ ਕੌਮਾਂ ਦਾ ਹੱਕ ਮਾਰ ਜਾਂਦੀਆਂ ਨੇ। ਵੱਡੇ ਮਨੁੱਖ ਛੋਟੇ ਮਨੁੱਖਾਂ ਦਾ ਹੱਕ ਮਾਰ ਜਾਂਦੇ ਨੇ। ਜਦ ਕਿਸੇ ਦਾ ਹੱਕ ਮਾਰ ਲਿਆ ਤਾਂ ਮੁਰਦਾਰ ਹੀ ਖਾਦਾ, ਔਰ ਕੀ ਖਾਦਾ ਹੈ? ਇਸੇ ਨੂੰ ਹਰਾਮ ਕਹਿੰਦੇ ਨੇ। ਇਹ ਵੀ ਮਹਿਰਸ ਕਰਦੇ ਹਾਂ। ਔਰ ਮਹਾਰਾਜ ਕਹਿੰਦੇ ਨੇ ਬੜੇ ਨੇ, ਇਤਨੀ ਵੱਡੀ ਸਿਆਣਪ ਹੈ, ਖਾਂਦੇ ਵੀ ਹਰਾਮ ਨੇ, ਅਗਲੇ ਨੂੰ ਕੱਖ ਵੀ ਨਹੀਂ ਪਤਾ ਚੱਲਦਾ। ਖਾਂਦੇ ਵੀ ਮੁਰਦਾਰ ਨੇ, ਅਗਲਿਆਂ ਨੂੰ ਕੁਝ ਵੀ ਨਹੀਂ ਪਤਾ ਚੱਲਦਾ। ਇਤਨੀ ਦ੍ਰਿਸ਼ਟੀ ਤੇ ਹੈ, ਅੰਧੇਰੇ 'ਚ ਵੇਖ ਸਕਦੇ ਨੇ, ਰੋਸ਼ਨੀ 'ਚ ਨਹੀਂ ਵੇਖ ਸਕਦੇ। ਤੋ ਜੋ ਅੰਧੇਰੇ 'ਚ ਵੇਖ ਸਕਦਾ ਹੈ, ਰੋਸ਼ਨੀ 'ਚ ਨਹੀਂ ਵੇਖ ਸਕਦਾ, ਗੁੱਗੂ ਹੈ। ਔਰ ਕੋਈ ਕੀ ਹੈ? ਗੁੱਗੂ ਹੈ। ਸੰਪਤ ਦੌਲ ਝੂਲ ਸੰਗ ਝੂਲਤ, ਮਾਇਆ ਮਗਨ ਫਿਰਤ ਘੁਗਨਾ। ਸਤਿਗੁਰ ਨੇ ਉਸ ਪ੍ਰਸ਼ਨਕਰਤਾ ਨੂੰ ਚੁੱਪ ਕਰਾ ਦਿੱਤਾ ਸੀ ਜਿਸ ਨੇ ਕਿਹਾ ਸੀ, ਮਹਾਰਾਜ ਸ਼ਬਦ ਸਾਰਿਆਂ ਦੇ ਹਿਰਦਿਆਂ ਨੂੰ ਰੋਸ਼ਨੀ ਨਹੀਂ ਦਿੰਦਾ, ਸੂਰਜ ਦਿੰਦਾ ਹੈ। ਸੂਰਜ ਸਾਰਿਆਂ ਲਈ ਬਾਹਰ ਚਾਨਣਾ ਕਰ ਦਿੰਦਾ ਹੈ। ਗੁਰੂ ਦਾ ਸ਼ਬਦ ਸਾਰਿਆਂ ਦੇ ਹਿਰਦੇ 'ਚ ਪ੍ਰਕਾਸ਼ ਨਹੀਂ ਕਰਦਾ। ਫਿਰ ਇਹ ਕਰੋੜਾਂ ਸੂਰਜਾਂ ਵਰਗਾ ਕਿਸ ਤਰ੍ਹਾਂ ਹੋਇਆ? ਦੋ ਸ਼ਬਦ ਬਰਦਾਸ਼ਤ ਕਰ ਲੈਣਾ, ਹੱਥ ਜੋੜ ਕੇ ਮੈਂ ਮਾਫੀ ਮੰਗਾ। ਘੁੱਗੂ ਥੋੜੇ ਨੇ, ਬਹੁਤ ਜ਼ਿਆਦਾ ਨਹੀਂ ਨੇ। ਪੰਛੀਆਂ ਦੇ 'ਚ, ਪਸ਼ੂਆਂ ਦੇ 'ਚ ਉਹ ਥੋੜੇ ਜਿਹੇ ਨੇ ਜਿਨ੍ਹਾਂ ਨੂੰ ਰਾਤ ਦੀ ਤਾਰੀਕੀ ਦੇ 'ਚ ਦਿਖਾਈ ਦਿੰਦਾ ਹੈ, ਦਿਨ ਦੇ ਚਾਨਣੇ 'ਚ ਨਹੀਂ ਦਿਖਾਈ ਦਿੰਦਾ। ਮਨੁੱਖੀ ਦੁਨੀਆ 'ਚ ਇਹ ਘੁੱਗੂ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਨੇ। ਝੂਠ ਦੇ 'ਚ ਤੇਰਾ ਸਾਉਂਦਾ ਹੈ, ਸੱਚ ਦੇ 'ਚ ਕੋਈ ਨਹੀਂ। ਗੰਦੇ ਗੀਤਾਂ ਦੇ 'ਚ ਤੇਰਾ ਸਾਉਂਦਾ ਹੈ, ਸ਼ਬਦ ਦੇ 'ਚ ਕੋਈ ਨਹੀਂ। ਬਿਖੇ ਨਾਦ ਦੇ 'ਚ ਤੇਰਾ ਸਾਉਂਦਾ ਹੈ, ਰੱਬੀ ਸੰਗੀਤ ਦੇ 'ਚ ਕੋਈ ਨਹੀਂ। ਇਹਨਾਂ ਦਾ ਤਾਲਮੇਲ ਰਾਤ ਨਾਲ ਬੈਠਦਾ ਹੈ, ਦਿਨ ਨਾਲ ਨਹੀਂ। ਤੋ ਚੂੰਕਿ ਰਾਤ ਨਾਲ ਤਾਲ ਬੈਠਦਾ ਹੈ ਤਾਂ ਇਹਨਾਂ ਨੇ ਸਾਧਨ ਵੀ ਉਸ ਤਰ੍ਹਾਂ ਦੇ ਬਣਾਏ ਨੇ। ਕਲੱਬ ਨੇ, ਥੀਏਟਰ ਨੇ, ਸ਼ਰਾਬਖਾਨੇ ਨੇ, ਵੈਸ਼ੀਹਾਲੇ ਨੇ, ਜੂਏ ਖਾਨੇ ਨੇ, ਸਭ ਰਾਤ ਨੂੰ ਖੁੱਲਦੇ ਨੇ। ਇਹਨਾਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ। ਇਹਨਾਂ ਦੀ ਰੌਣਕ ਰਾਤ ਦੀ ਹੈ, ਦਿਨ ਦੀ ਨਹੀਂ ਹੈ। ਲਾਸ ਐਂਜਲਸ ਦੇ 'ਚ ਇੱਕ ਸੱਜਣ ਮੈਨੂੰ ਕਹਿਣ ਲੱਗਾ, ਉੱਥੇ ਵੀ ਕਿਧਰੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੁਕਮਨਾਮਾ ਆਇਆ ਸੀ ਤੇ ਉਸ ਦਿਨ ਕਿਧਰੇ ਹੁਕਮਨਾਮੇ ਦੀ ਕਥਾ ਕਰਨੀ ਸੀ। ਇਤਵਾਰ ਦਾ ਦਿਨ ਸੀ। ਰਾਤੀ ਹੋਵਨ ਕਾਲੀਆਂ ਸੁੱਪੇ ਦਾ ਸੇਵਨ, ਦੇਹੋ ਬੱਗਾ ਤੱਪੇ ਘਣਾ, ਕਾਲਿਆਂ ਕਾਲੇ ਵਨ। ਪਹਿਲੇ ਪਾਤਸ਼ਾਹ ਜੀ ਦਾ ਵਾਕ ਹੈ।
सूरज दिन चिट्टा चढ़िया है, पर कालियां चीजां ते कालियां ने, कोई चिट्टियां नहीं होईयां। रात काली बोली है, बड़ी भयंकर मसिया दी रात, पर चिट्टियां चीजां ते चिट्टियां ने, कोई कालियां नहीं होईयां। महाराज कहते ने करोड़ां भी दुष्ट मिल जान, संत अपनी सजनताई नहीं छड़दा। भावें कितनी मसिया दी रात हो जाए, कितनी कालक हो जाए, ओदी चिटियाई रहेगी। राती होवन कालियां सुप्पे दा सेवन, मल्ला पहला, सोई मल्ला पहला, पहले पातशाह जी दा वाक। इनू कबीर अपने ढंग नाल इंज बयान करते हैं, संत न छाड़े संतई, जे कोटक मिले असंत, मलयागर भयंगम बेड़ेओ तो शीतलता न तजंत। इन्हां इलाकों ते चंदन नहीं है। चंदन भारत विच मैसूर स्टेट दे बहुत ज्यादा है, कर्नाटक दे थोड़ा जिहा तमिलनाडु दे भी है, पर ज्यादा कर्नाटक दे है। थोड़ा थोड़ा आंध्रा च भी मिलता है, मध्य भारत दे भी मिलता है, पर अच्छी नस्ल का जिहड़ा चंदन है, 52 चंदन, वह कर्नाटक दे है, बड़ा कीमती। अक्सर जद चंदन दे लकड़ की कटाई होंदी है तो फिर मोर छड्डे जाते हैं। क्यों? चंदन नूं सप लिपटे होंदे ने, कोबरे, फनीर नाग। चंदन बड़ा शीतल है, चंदन बहुत ठंडा है। ते सप दे सिर दे जिहड़ी जहर होंदी है, अगर वध जाए सीमा तो फिर खौलदी है। अगर उसनूं कोई जानदार चीज, जानदार जीव ना मिले, हो सकता है पत्थर नूं भी डंग मारेगा जहर कढ़ण लई, क्योंकि सिर उसका खोलता है। वह दरख्त नूं भी डंग मार सकता है। कुछ ते कहंदे ने ओही पत्थर संखिया बन जाता है, जिन्हों फनीर नाग डंग मारदा है। भारत दे ते इस तरह मनते ने, वैद लोग उन्होंने संखिया कहते हैं। ये सप चंदन नूं लिपटे होंदे ने, चंदन ठंडा बड़ा है, उन्हां दे सिर नूं ठंड मिलती है। अक्सर उत्थे मोर छड्डदे ने ते मोर सप्पां नूं खा जांदा है, मोर सप्पां ते हमला करदा है। ते सप डंग मारन दे मोर नूं सफल नहीं होंदा, क्योंकि उसदे ऐसे पंख ने, उन्हों कोई चोट ते हानि नहीं पहुंचती। अक्सर सप नसदे ने, भजदे ने मोरां नूं वेख के। भगत कबीर कहते ने, सैकड़े सप लिपटे ने चंदन नूं, क्या चंदन जहरीला हो जाता है? कि चंदन कोई गर्म हो जाता है? नहीं, चंदन सुगंध ते ठंड सप्पां नूं भी देंदा है। संत ते ओ है जिहदी महफिल विच बैठ के कोई चोर भी शांत हो जाए। इतनी महर्स करते हैं। मैं पढ़ रहा सी एक सूफी फकीर दी गाथा, हसन दी। रात दा वकत, अद्धी रात दा, ईरान दी गल, ईरान ठंडा देश, बर्फां पैंदियां। चोर किदे हसन दी कुटिया दे च वड़ गया। हसन लेटिया होया सी उपर कंबल। दया आ गई, इस चोर नूं मेरे घर चों कुछ नहीं मिलेगा, खाली जाएगा। अद्धी रात नूं आया है, ठंड दे विच आया बेचारा, खाली जाएगा। कदी किसी संत ने चोर नूं नहीं मारिया, चोरां ने चोर नूं मारिया। बगौर मुताला करना। कदी किसी संत ने दुष्ट नूं नहीं मारिया, दुष्टां ने ही दुष्ट नूं मारिया। कदी बगौर मुताला करना। जैसे वो देखदा है, चोर दी अखां रात नाल तालमेल बिठा लेंदियां ने, क्योंकि दी जिंदगी रात दी है। सहजे सहजे उसनूं रात दे च दिखाई देण लग पैंदा, अंधेरे च दिखाई देण लग पैंदा। उन्हें देखिया
कुछ नहीं है। जान लगया हसन ने आवाज मारी, मित्रा होर ते मेरे कोल कुछ नहीं, ऐ मेरे कोल कंबल है, तेरे कोल कंबल भी कोई नहीं, बाहर ठंड बड़ी है, ऐ ले जा, और अपने कोल कुछ भी नहीं, ऐ ले जा, खाली ना जा, मेरी तौहीन ना कर। मेरी कुटिया चों मेरे घर आंदा ही नहीं कोई, तू आया है और अद्धी रात नू आया है, खाली जा रहे हैं, मैनू दुख है, मेरा हिरदा तड़पदा है, मेरे ते तरस खा, मेरे हिरदे नू तड़पा ना, ऐ ले जा कंबल। चोर दी सारी चोरी निकल गई। पता है उस चोर ने की आख्या, जिंदगी च पहली दफा किसी अमीर दा घर लभ्या, आया तो मैं लुटन सी, मैं खुद लुटिया गया। वो चोर फकीर हो गया हसन दी संगत नाल, हालांकि उसनों चोर ते भी तरस आ रहा सी। धन गुरु नानक देव जी महाराज कहते कितनी काली रात होवे, चिट्टियां चीजां ते चिट्टियां ही रहिंदियां ने, कोई कालियां थोड़ियां हो जांदियां ने, और कितना ही चिट्टा दिन तपया होवे, चारों पासे उसने रोशनी चिटियाई फैलाई होवे, पर कालियां चीजां ते कालियां ही रहिंदियां ने। पंक्ति मैं थानू फिर सुनावा, राती होवन कालियां सुपे दा सेवन, देहो बग्गा तपे घना, कालियां काले वन। कितना भी सूरज चानना करे, कालियां चीजां कालियां ही रहिंदियां ने। कितनी रात कालख वंदे, चिटियां चीजां चिटियां ही रहिंदियां। ये जो कहते ने माहौल ठीक नहीं, की करिए, माहौल जरा ठीक हो जाए फिर असी ठीक हो जावांगे, सब बहानेबाजियां ने। अंधेरी रात विच भी चिटियां चीजां चिटियां रहिंदियां ने। कितना ही माहौल खराब होवे, माहौल ते प्रहलाद दा भी ठीक नहीं सी, प्यो वैरी है ते जेल दे च पाया होया ते 4-4 दिन दा भुखा। वो जेल दे च भी समाधि ला लैंदा है, असीं घर दे च भी नहीं ला सकते। वो 4 दिन दा भुखा है, सुरत शब्द नाल जोड़ लैंदा है, इत्थे भर पेट भी मनुख नहीं जुड़दा। उत्थे प्यो जान दा वैरी है, फिर भी वो प्रभु नाल जुड़िया होया है। इत्थे मां बाप दा लाड मौजूद है, सब कुछ मौजूद है, फिर भी प्रभु नाल जुड़ना नहीं है। माहौल ते प्रहलाद दा भी ठीक नहीं है। माहौल राम दा भी ठीक नहीं है, बनवास है, रात रुखां तले कटना होंदा है। दिन नूं किधरे भोजन नसीब होएगा कि नहीं, कि कंद मूल खा के गुजारा करना होएगा, जिंदगी ते कुछ भी नहीं है। माहौल ते ठीक नहीं है। लेकिन वो जिथे भी ने जंगल दे च भी मंगल है। माहौल कृष्ण दा भी ठीक नहीं है। राज घराने दा लड़का है, पालदे गुजर पे ने, ग्वाले पे पालदे ने। शाही खानदान दा लड़का ग्वाले पे पालदे ने। ये सब बहानेबाजियां ने। जरा माहौल ठीक हो जाए, अमृत भी छक लवांगे, जरा माहौल ठीक हो जाए, एक कलगीधर पातशाह सी, तेरी रहत बहत भी रख लेंगे, जरा माहौल ठीक हो जाए, असी अमृत वेले भी उठांगे, जरा माहौल ठीक हो जाए, असी नाम भी जपांगे। सब बहानेबाजियां ने। माहौल कदी ठीक नहीं होंदा, कुछ ना कुछ ते गड़बड़ रहिंदी है, सारी जिंदगी रहिंदी है, कुछ ना कुछ ते होंदा है। सागर लहरां तो बिना नहीं आउंदा, जिंदगी समस्यावां तो बिना नहीं आउंदी, कुछ ना कुछ ते समस्या रहेगी। माहौल गुरु नानक दा भी ठीक नहीं। पिता मखट्टू कहंदा है, ममता दी मारी हुई मां कहंदी है, कोई पुत्र है मेरा सुदाई है, सुदाई है।
ਬੇਦੀ ਕਹਿੰਦੇ ਨੇ ਭੂਤਨਾ ਬੇਤਾਲਾ ਹੈ। ਬੇਦੀ ਹੁੰਦਿਆਂ ਹੋਇਆਂ ਜਨੇਊ ਨਹੀਂ ਪਹਿਨਦਾ, ਬੇਦੀ ਹੁੰਦਿਆਂ ਹੋਇਆਂ ਵੇਦਾਂ ਤੇ ਸ਼ਰਧਾ ਨਹੀਂ ਰੱਖਦਾ, ਬੇਦੀ ਹੁੰਦਿਆਂ ਹੋਇਆਂ ਵੇਦ ਨਹੀਂ ਪੜਦਾ। ਬੇਦੀਆਂ ਦੇ ਘਰ ਜਨਮ। ਬ੍ਰਾਹਮਣ ਵੀ ਕਹਿੰਦੇ ਨੇ ਕੁਰਾਈ ਹੈ, ਭੂਤਨਾ ਬੇਤਾਲਾ ਹੈ। ਬਗਦਾਦ ਦੇਸ਼ ਤੇ ਮੁਸਲਮਾਨਾਂ ਨੇ ਪੱਥਰ ਵੀ ਮਾਰ ਦਿੱਤੇ। ਮਾਹੌਲ ਤੇ ਠੀਕ ਨਹੀਂ ਹੈ। ਬਾਬਰ ਨੇ ਜੇਲ੍ਹ ਦੇ ਚ ਵੀ ਪਾ ਦਿੱਤਾ ਹੈ। ਮਾਹੌਲ ਤੇ ਗੁਰੂ ਅਰਜਨ ਦੇਵ ਜੀ ਦਾ ਵੀ ਠੀਕ ਨਹੀਂ ਹੈ। ਵੱਡਾ ਭਰਾ ਪ੍ਰਿਥੀ ਚੰਦ ਵੈਰੀ ਹੈ, ਜਾਨ ਦਾ ਵੈਰੀ ਹੈ। ਮਸੰਦ ਉਸਨੇ ਸਾਰੇ ਬਾਗੀ ਕਰ ਲਏ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਘਰ ਘਾਟ ਲੁੱਟ ਲਿਆ, ਅੰਨ ਲੁੱਟ ਲਿਆ, ਧਨ ਲੁੱਟ ਲਿਆ, ਬਸਤਰ ਲੁੱਟ ਲਏ, ਸਾਰਾ ਸਾਜ਼ੋ ਸਮਾਨ ਲੁੱਟ ਲਿਆ। ਚਾਰੋਂ ਪਾਸੇ ਪਹਿਰਾ ਬਿਠਾ ਦਿੱਤਾ। ਅੰਮ੍ਰਿਤਸਰ ਦੇ ਚ ਕੋਈ ਸੰਗਤਾਂ ਗੁਰੂ ਅਰਜਨ ਦੇਵ ਜੀ ਤੱਕ ਪਹੁੰਚਣ ਵੀ ਨਾ। ਹੁੰਦੇ ਨੇ ਇਸ ਤਰ੍ਹਾਂ ਦੇ ਲੋਕ, ਗੁਰੂ ਤੱਕ ਕੋਈ ਨਾ ਪਹੁੰਚੇ। ਔਰ ਇਸ ਤਰ੍ਹਾਂ ਦੇ ਵੀ ਲੋਕ ਹੁੰਦੇ ਨੇ, ਗੁਰੂ ਸਾਡੇ ਤੱਕ ਨਾ ਪਹੁੰਚੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਰਬਾਰ ਸਾਹਿਬ ਜਦ ਗਏ ਨਾ, ਮਸੰਦਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ। ਗੁਰੂ ਦਾ ਘਰ ਗੁਰੂ ਲਈ ਬੰਦ। ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਨਹੀਂ ਆਣ ਦਿੱਤਾ ਮਸੰਦਾਂ ਨੇ। ਪਤਾ ਸਤਿਗੁਰ ਬਾਹਰ ਬੈਠੇ, ਥੜਾ ਸਾਹਿਬ ਗੁਰਦੁਆਰਾ ਅੱਜ ਵੀ ਮੌਜੂਦ ਹੈ। ਬਾਹਰ ਬੈਠ ਕੇ ਦਰਵਾਜ਼ਾ ਬੰਦ ਕਰ ਦਿੱਤਾ, ਤੁਸੀਂ ਨਹੀਂ ਜਾ ਸਕਦੇ। ਜਦ ਸੱਚ ਆ ਜਾਏ ਨਾ ਤਾਂ ਫਿਰ ਝੂਠਿਆਂ ਨੂੰ ਕੌਣ ਪੁੱਛੇਗਾ। तो झूठे ਨੂੰ ਇਹ ਡਰ ਹੁੰਦਾ ਹੈ, ਸੱਚ ਆਵੇ ਹੀ ਨਾ, ਆਵੇ ਹੀ ਨਾ। ਕਰੀਬਨ ਇਸ ਤਰ੍ਹਾਂ ਦੇ ਲੋਕ, ਇੰਜ ਕਹਿ ਲੋ, ਚਰਚ ਦੇ ਚੋਂ, ਮਸਜਿਦ ਦੇ ਚੋਂ, ਮੰਦਰਾਂ 'ਚ ਖੁਦਾ ਨੂੰ ਕੱਢ ਛੱਡਦੇ ਹੁੰਦੇ ਨੇ। ਖੁਦਾ ਤੋਂ ਬਿਨਾਂ ਚਰਚ ਦੀ ਪੂਜਾ ਕਰਦੇ ਨੇ, ਭਗਵਾਨ ਤੋਂ ਬਿਨਾਂ ਮੰਦਰਾਂ ਦੇ 'ਚ ਪੂਜਾ ਚੱਲਦੀ ਹੈ। ਬਗੌਰ ਮੁਤਾਲਾ ਕਰਨਾ ਐਸਾ ਹੁੰਦਾ ਹੈ, ਕਿਉਂਕਿ ਭਗਵਾਨ ਹੋਵੇ ਤੇ ਫਿਰ ਸ਼ੈਤਾਨ ਨੂੰ ਕੌਣ ਪੁੱਛੇਗਾ, ਸੱਚ ਹੋਵੇ ਤੇ ਫਿਰ ਝੂਠ ਨੂੰ ਕੌਣ ਪੁੱਛੇਗਾ। ਇਤਨੀ ਰੋਸ਼ਨੀ ਹੋ ਜਾਏ ਤੇ ਫਿਰ ਅੰਧੇਰੇ ਕਿੱਥੇ ਜਾਣਗੇ। ਸ਼ੇਖ ਸਾਦੀ ਨੇ ਤੇ ਕਹਾਣੀ ਲਿਖੀ ਹੈ ਬਈ ਅੰਧੇਰਾ ਰੋਂਦਾ ਪਿੱਟਦਾ ਖੁਦਾ ਕੋਲ ਚਲਾ ਗਿਆ ਤੇ ਆਖਣ ਲੱਗਾ, ਖੁਦਾਵੰ ਤਾਲਾ ਇੱਕ ਤੂੰ ਮੇਰੇ ਜਾਨ ਦਾ ਵੈਰੀ ਬਣਾਇਆ ਹੈ, ਮੈਨੂੰ ਟਿਕਣ ਹੀ ਨਹੀਂ ਦਿੰਦਾ ਇਹ ਸੂਰਜ, ਮੇਰੇ ਪਿੱਛੇ ਲੱਠ ਲੈ ਕੇ ਪਿਆ ਹੈ। ਇਹ ਤੂੰ ਮੇਰੇ ਲਈ ਬਣਾਇਆ ਹੈ, ਮੈਨੂੰ ਟਿਕਣ ਹੀ ਨਹੀਂ ਦਿੰਦਾ ਕਿਧਰੇ। ਮੇਰਾ ਪੱਕਾ ਦੁਸ਼ਮਣ, ਤੁਸੀਂ ਇਸ ਨੂੰ ਰੋਕੋ, ਮੇਰੇ ਨਾਲ ਦੁਸ਼ਮਣੀ ਨਾ ਕਰੇ, ਮੈਨੂੰ ਟਿਕਣ ਦੇਵੇ। ਕਹਾਣੀਕਾਰ ਸ਼ੇਖ ਸਾਦੀ ਲਿਖਦਾ ਹੈ, ਖੁਦਾ ਨੇ ਸੂਰਜ ਨੂੰ ਤਲਬ ਕੀਤਾ, ਆਖਿਆ ਅੱਜ ਅੰਧੇਰਾ ਮੇਰੇ ਕੋਲ ਫਰਿਆਦ ਲੈ ਕੇ ਆਇਆ ਸੀ, ਬੜਾ ਰੋਇਆ, ਬੜਾ ਰੋਇਆ, ਤੇਰੀ ਸ਼ਿਕਾਇਤ ਕਰਦਾ ਸੀ। ਤੂੰ ਉਸ ਨਾਲ ਕਿਉਂ ਵੈਰ ਕਮਾਉਣਾ, ਤੂੰ ਕਿਉਂ ਉਸ ਨਾਲ ਦੁਸ਼ਮਣੀ ਕਰਦਾ ਹੈ। ਸੂਰਜ ਨੇ ਹੱਥ ਜੋੜ ਕੇ ਆਖਿਆ, ਖੁਦਾਵੰ ਤਾਲਾ ਮੈਂ ਤੇ ਕਦੀ ਵੇਖਿਆ ਹੀ ਨਹੀਂ ਅੰਧੇਰੇ ਨੂੰ, ਤੇ ਜਿਹਨੂੰ ਮੈਂ ਵੇਖਿਆ ਨਹੀਂ ਉਹਦੇ ਨਾਲ ਕਦੀ ਦੁਸ਼ਮਣੀ ਮੇਰੀ, ਮੈਂ ਤੇ ਜਾਣਦਾ ਹੀ ਨਹੀਂ ਉਸ ਨੂੰ, ਮੈਨੂੰ ਪਤਾ ਹੀ ਕੋਈ ਨਹੀਂ, ਮੈਨੂੰ ਤੇ ਨਾਮ ਧਾਮ ਦਾ ਹੀ ਪਤਾ ਕੋਈ ਨਹੀਂ। ਇਹ ਖੁਦਾ, ਮੈਂ ਕਿਉਂ ਉਸ ਨਾਲ ਦੁਸ਼ਮਣੀ ਕਮਾਵਾਂਗਾ। ਸੱਚ ਦੇ ਹੁੰਦਿਆਂ ਝੂਠ ਰਹਿ ਨਹੀਂ ਸਕਦਾ। ਇਸ ਵਾਸਤੇ ਝੂਠ ਦੀ ਪੂਰੀ ਕੋਸ਼ਿਸ਼ ਹੁੰਦੀ ਹੈ, ਦਰਵਾਜ਼ੇ ਬੰਦ ਕਰੋ, ਸੱਚ ਨਹੀਂ ਆਣਾ ਚਾਹੀਦਾ। ਹਿਰਦੇ ਦੇ ਦੁਆਰ ਬੰਦ ਕਰੋ, ਸੱਚ ਅੰਦਰ ਨਹੀਂ ਆਣਾ ਚਾਹੀਦਾ। ਮੰਦਰ ਦੇ ਦਰਬਾਰ ਬੰਦ ਕਰੋ, ਭਗਵਾਨ ਨਹੀਂ ਆਣਾ ਚਾਹੀਦਾ। ਗੁਰੂ ਤੇਗ ਬਹਾਦਰ ਸਾਹਿਬ ਲਈ ਦਰਵਾਜ਼ੇ ਬੰਦ ਕਰ ਦਿੱਤੇ। ਇਤਿਹਾਸ ਹੈ। ਸਤਿਗੁਰ ਵਾਪਸ ਜਾਣ ਲੱਗੇ, ਇਹ ਤੇ ਅੰਮ੍ਰਿਤਸਰ ਦੀਆਂ ਮਾਤਾਵਾਂ ਨੇ ਰੋਕ ਲਿਆ, ਨਹੀਂ ਤੇ ਜਾਣ ਲੱਗੇ ਸਨ, ਉਹਨਾਂ ਨੇ ਨਹੀਂ ਜਾਣ ਦਿੱਤਾ। तो पता है कवि संतोख सिंह जी ने की लिखा है, सारे अमृतसरियां ਲਈ नहीं ने, मैं अर्ज करें भाई संतोख सिंह जी दे बोल, ए मसंद जो अमृत सरिये त्रिशन अगन के अंतर सड़िए। ये जो मुसंद ने, ये जो पुजारी तबका है, ये जो धार्मिक तबका है, ये तो तृष्णा दे सड़े हुए ने, ये तो अंधेरे दे जीण वाले ने। माइयां रब रजाइयां,
एक कवि संतोख सिंह जी ने लिखा है, सतगुर दे मुखार बिन तो बोल निकले, मातावां ने रोक लिया। धन गुरु तेग बहादुर साहब जी महाराज ना नहीं ते मसंदा ने ते बाहर कढ़ दिता सी। चारों पासे मसंदा ने अज पैरा ला दिता, संगत गुरु तक ना पहुंचे। अन्न धन शस्त्र सब कुछ लुट लिया। पृथ्वी चंद ने माहौल तो ठीक नहीं है, जहांगीर भी वैरी है। पृथ्वी चंद जो कुछ कर रहा सी, जहांगीर की ताकत भी नाल सी, क्योंकि जहांगीर नहीं चाहता सी गुरु घर की शक्ति वध जाए, ताकत वध जाए। और जो मैं तबलीग का काम करना चाहता उहदे च कोई रुकावट खड़ी होवे, वो नहीं चाहता सी। उन्होंने बहुत वड्डा दुख होया सी जद उन्होंने पता चलिया महान सूफी संत साईं मियां मीर उन्हें अपना मस्तक गुरु अर्जन देव जी के कदमां ते रखे। ये जहांगीर की सोचनी पै गई भी इस तरह के पुरुष दे होंदिया मैं इस्लाम किस तरह फैलावांगा। मियां मीर जैसे झुक गए उथे। ये मैं हटाना है। पृथ्वी चंद नूं हथ च कीता। पृथ्वी चंद पहले वैरी सी, उन्होंने शाही घराने की ताकत मिल गई। आदि काल तो गुरु घर नूं इस ढंग नाल कमजोर किया जाता रहा। राम राय नूं औरंगजेब ने खड़ा करके धन गुरु हरकृष्ण जी महाराज की गुरियाई नूं कमजोर करने की कोशिश की गई। गौर मुताला करना सब औरंगजेब की शह। वक्त दी हुकूमतां नहीं चाहदियां आउंदियां कोई साडी बराबरी ते आ जाए, मुकाबले ते आ जाए। कहते ने संगतां दे चों जो 10-20 बंदे अंदर रह गए सन, अज दिन भर लंगर नहीं बनया, पैरा रहा, कोई रसद पानी आई नहीं। जिहड़ी हैगी सी वो सब लुट के ले गया पृथ्वी चंद। अन्न लुट के ले गया, धन लुट के ले गया। धन गुरु अर्जन देव जी महाराज की सुपत्नी साडी जगत माता गंगा जी ने घर टटोलना शुरू किया। मतां कुछ लभे, 2 प्रशादे ते बनन धन गुरु अर्जन देव जी लई अज दिन भर दा कुछ भी अन्न पानी नहीं, कुछ भी अन्न पानी नहीं। ये महाराज दे सिर्फ बोल ही नहीं, आ गया मैं भूख सोई कर सूखा, सोग हरख नहीं जाने, जो जो हुक्म भयो साहिब का, सो माथे ले माने। खैर मुख्तसर मैं अर्ज करा। एक मिट्टी दे भांडे विच थोड़ा जिहा किधरे बेसन पिया सी। इहदे 2 प्रशादे बने मिट्टी दे तवे ते, और मिट्टी दे ठीकरे दे ची ये 2 प्रशादे सतगुरां दे अगों रखे। भांडे भी कोई नहीं सन, लेकिन ये 2 प्रशादे अगों रखदियां सार चीख निकल गई। जगत माता गंगा दे अपने हंजुआं नूं नहीं रोक सकियां, जज्बात दे च आ गईयां। धन गुरु अर्जन देव जी महाराज दा अमृतमयी बोल, अमर कलाम जो आप दे कंठ तो प्रगट होया है, रूखो भोजन कानड़े राग दे अंदर है। कदी कदी भाई कल्याण सिंह पड़ताल लगाते ने इस शब्द की, रूखो भोजन भूम सैन सखी प्रेसंग सुख ब्यात। ऐ सखी तू रो ना। पृथ्वी चंद अन्न लुट के ले गया, धन लुट के ले गया, वस्त्र लुट के ले गया, शस्त्र लुट के ले गया, पर इन्हां सारियां चीजां नूं देण वाला जिहड़ा महान दाता है उत्थे मेरे हिरदे च बैठा है, उन्होंने तो लुट के नहीं ले गया। फिर रोना केड़ी गल दा। रूखो भोजन भूम सैन सखी प्रेसंग सुख ब्यात। संत न छाड़े संतई जे कोटक मिले असंत। माहौल बाहर दा कितना भी खराब क्यों ना होवे, संत अपना मन खराब नहीं करता। इतनी महर्स करते हैं। छोटियां छोटियां गल्लां दे बहाने बाजे जरा माहौल ठीक नहीं, ठीक हो जाए अमृत छक लवांगे। तू माहौल ठीक करदियां ही करदियां अपनी जिंदगी लगा बैठेगा, कदी नहीं छक सकेगा। माहौल किसदा ठीक होया है? किसी का भी नहीं होया। बड़े बड़े अवतारी पुरुषों का माहौल ठीक नहीं होया तो तेरा कित्थों हो जाएगा।
ਸਾਰੀ ਜ਼ਿੰਦਗੀ ਜੰਗੋ ਜਦਲ ਦੇ ਚ ਲੰਘ ਗਈ ਮੁਹੰਮਦ ਸਾਹਿਬ ਦੀ। ਸਾਰੀ ਜ਼ਿੰਦਗੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੰਘਰਸ਼ ਦੇ ਚ ਲੰਘ ਗਈ। अला यार खां जोगी लिखते ने, आधार ने कभी तुझको संभलने न दिया था, आराम से पहलू को बदलने न दिया था। ऐ कलगीधर पाशा तुसी ते एक रात भी आराम दी नींद नहीं सौ सके, कांटा दिले पुरखों से निकलने न दिया था। तुसी ते हर वक्त संघर्ष दे च रहे, भज दौड़ दे च रहे, कदी इधर कदी उधर। अदावतां बाई धार दे राजियां दी अदावत, वक्त दी हुकूमत औरंगजेब दी अदावत, सोडियां दी अदावत, मसंदां दी अदावत, तीरमल दी अदावत, चारों पासे अदावत ही अदावत। धन गुरु गोबिंद सिंह जी महाराज ने देखा सिखी दा दायरा बहुत वध गया। बिहार, आसाम, महाराष्ट्र, गुजरात सब लपेट दे च आ गया। तो गुरबाणी दे सरूप धन गुरु ग्रंथ साहब दे सरूप बहुते चाहिए ने। धीरमल कोल मंग की थी ताकि इस दे उतारे करवाई गया। फिर ओ बीड़ जो धन गुरु अर्जन देव जी महाराज ने लिखवाई ते भाई गुरदास जी ने लिखी। पता धीरमल ने की आख्या, जे वाकई गुरु नानक दी गद्दी दे वारस हो तुसी तो खुद उचारण कर लो, मैं नहीं देने। ते जे सूरबीर हो तो मेरे नाल जंग करके वेख लो। जे तुसी सूरबीर हो तो युद्ध करके वेख लो, जंग करके वेख लो। ते जे गुरु नानक दी गद्दी दे वारिस हो तो खुद उचारण कर लो, मैं नहीं देने। दोहां दे जिहड़ा रस्ता चुनना ने चुन लो, मैं किसी कीमत पे भी नहीं देने। युद्ध करना है तो युद्ध करके वेख लो, जंग करके वेख लो। धीरमल कोल भी फौज सी और लड़ाक बिरती उसदी है ही सी। सतगुरु ने मुनासिब नहीं समझया धीरमल नाल युद्ध करना, वरना बड़े बड़े युद्ध होए ने, पर धीरमल नाल युद्ध करना धन गुरु गोबिंद सिंह जी महाराज ने मुनासिब नहीं समझया। दमदमा साहब दे च बैठे ने मौज दे च, कागज मंगवाए, कलम अपने हथों दिती मनी सिंह नूं। आख्या सतगुरु दे स्वरूप धन गुरु ग्रंथ साहब जी महाराज दे स्वरूप तैयार करने ने। सिखी दा दायरा वध गया, बाणी दा पाठ थां थां ते हो गया, गुरबाणी दे स्वरूप दे दर्शन थां थां ते होवन। कहंदे ने 3 महीने धन गुरु गोबिंद सिंह जी महाराज उचारण करदे गए, भाई मनी सिंह लिखदे गए। ये पहली बीड़ जो करतारपुर दी अजकल जो रामसर दे च लिखी गई ते करतारपुर दे च मौजूद है धीरमलियां दे कोल, इहदी लिखारी भाई गुरदास जी सन, उचारण करता गुरु अर्जन देव जी। यह जिहड़ी बीड़ प्रकाशमान है सारी दुनिया च, इहदे उचारण करता धन गुरु गोबिंद सिंह जी महाराज ने, लिखारी भाई मनी सिंह ने, लिखण वाले भाई मनी सिंह ने। करतारपुर दी बीड़ ते इस बीड़ दे बस थोड़ा जिहा अंतर है। उस दे गुरु तेग बहादुर साहिब दी बाणी ने, इहदे सतगुरां ने गुरु तेग बहादुर साहिब दी बाणी चढ़ाई है। और आप सुन के हैरान होवोगे, कदी मौका मिले तो दर्शन भी कर सकते हो करतारपुर जाके। जिथे जिथे तुसी गुरु तेग बहादुर साहिब जी दी बाणी वेखदे हो ना, हुण इत्थे इत्थे उत्थे पन्ने खाली ने उस भीड़ दे विच, करतारपुर दी भीड़ दे विच वो पत्रे खाली पे ने, वो जगह खाली पई है। 2-2 पन्ने, एक पन्ना खाली पे, क्योंकि इतनी इतनी बाणी है गुरु तेग बहादुर साहिब दी, ये पन्ने खाली पे ने। हुण ते बहुत कठिनाई नाल दर्शन करांदे ने, क्योंकि श्रोमणी कमेटी ने मंग कर ली सी भी तोशेखाने च रखी है, सारियां नूं खुले दर्शन होवन, नहीं दित्ती उन्होंने। उदों कलगीधर नूं नहीं दित्ती तो हुण पंथ नूं की देणगे, ये भी महर्स करते हैं। उदों गुरु गोबिंद सिंह जी महाराज मंगते रह गए, नहीं दित्ती, तो हुण पंथ मंगदा रह गया, नहीं दित्ती। खैर मुख्तसर जो है मैं अर्ज करा। मनी सिंह ने थे शक किया, महाराज बोलते थोड़े भी ने, बचन अमृतमई ते थोड़े भी ने, बीड़ तुसी संपूर्ण करा ली अपनी बाणी। नहीं मनी सिंह,
ਅਸੀਂ ਜੋ ਲਿਖਾਇਆ ਹੈ ਉਹਦੇ 'ਚ ਇਤਿਹਾਸ ਹੈ, 24 ਅਵਤਾਰਾਂ ਦਾ ਇਤਿਹਾਸ ਹੈ, ਸਤਿਗੁਰ ਦਾ ਆਪਣਾ ਇਤਿਹਾਸ ਹੈ। ਅਬ ਮੈਂ ਆਪਣੀ ਕਥਾ ਬਖਾਨੋ ਤਬ ਸਾਦਤ ਜੈ ਬਿਦ ਮੋਇਆਨੋ। ਮਨੀ ਸਿੰਘ, ਅਸੀਂ ਆਪਣੀ ਕਥਾ ਪ੍ਰਮਾਤਮਾ ਦੀ ਕਥਾ ਦੇ 'ਚ ਨਹੀਂ ਲਿਖਣੀ। ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਮਾਤਮਾ ਦੀ ਕਥਾ, ਇਸ ਪਰਪੰਚ ਮੇ ਸਾਚੇ ਨਾਮ ਕੀ ਵਡਾਈ, ਮਤ ਕੋ ਧਰੋ ਗਮਾਨਾ। ਕਿਸੇ ਗੁਰੂ ਦਾ ਇਤਿਹਾਸ ਨਹੀਂ ਹੈ, ਕਿਸੇ ਪਾਤਸ਼ਾਹੀ ਦਾ ਇਤਿਹਾਸ ਨਹੀਂ। ਗੁਰੂ ਨਾਨਕ ਕਿੱਥੇ ਪ੍ਰਗਟ ਹੋਏ, ਕਦੋਂ ਪ੍ਰਗਟ ਹੋਏ, ਉਹਨਾਂ ਦੇ ਮਾਂ-ਬਾਪ ਕੌਣ ਸਨ, ਪਤਨੀ ਦਾ ਕੀ ਨਾਂ ਸੀ, ਬੱਚੇ ਕਿਤਨੇ ਸਨ, ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਕਦੋਂ ਜੋਤੀ ਜੋਤ ਸਮਾਏ, ਨਹੀਂ ਹੈ। ਇਤਿਹਾਸ ਨਹੀਂ ਹੈ, ਨਿਰੋਲ ਬ੍ਰਹਮ ਗਿਆਨ ਹੈ, ਨਿਰੋਲ ਪ੍ਰਮਾਤਮਾ ਦਾ ਗਿਆਨ। ਖੈਰ ਇਵੇਂ ਵਿਚਕਾਰ ਗੱਲ ਆ ਗਈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸੂਰਜ ਸਾਰਿਆਂ ਨੂੰ ਚਾਨਣ ਨਹੀਂ ਦਿੰਦਾ, ਉੱਲੂ ਨੂੰ ਚਾਨਣਾ ਨਹੀਂ ਮਿਲਦਾ, ਗੁੱਗੂ ਨੂੰ ਚਾਨਣਾ ਨਹੀਂ ਮਿਲਦਾ। ਪੰਛੀਆਂ ਵਿੱਚ ਕੋਈ ਇੱਕ ਅੱਧ ਗੁੱਗੂ ਥੋੜੇ ਨੇ ਜੋ ਗੁੱਗੂ ਨੇ, ਮਨੁੱਖੀ ਦੁਨੀਆ 'ਚ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਨੇ। ਗੁਰ ਸ਼ਬਦ ਦੇ ਚਾਨਣੇ ਵਿੱਚ ਕੁਝ ਦਿਖਾਈ ਦੇਵੇ, ਗੁਰਬਾਣੀ ਦੀ ਰੋਸ਼ਨੀ 'ਚ ਕੁਝ ਦਿਖਾਈ ਦੇਵੇ, ਇਤਨੀ ਸੂਝ-ਬੂਝ ਹੀ ਕੋਈ ਨਹੀਂ। ਮਨ ਰੇ ਸੰਸਾਰ ਅੰਧ ਗਏਰਾ। ਇੱਕ ਤੇ ਮਨੁੱਖ ਦੁਨੀਆ 'ਚ ਅੰਧੇਰਾ ਹੈ, ਅਚੇਤ ਹੈ, ਦੂਸਰਾ ਅੰਧ ਹੈ, ਆਪਣਾ ਅਚੇਤਪਣਾ ਦੇਖ ਸਕੇ, ਇਤਨਾ ਬੋਧ ਵੀ ਕੋਈ ਨਹੀਂ। ਅਸੰਖ ਮੂਰਖ ਅੰਧ ਘੋਰ। ਕੋਸ਼ਿਸ਼ ਤੇ ਮੇਰੀ ਸੀ ਇਸ ਪੌੜੀ ਦੇ ਪੂਰੇ ਅਰਥ ਮੈਂ ਤੁਹਾਡੇ ਸਾਹਮਣੇ ਕਰਦਾ, ਕੱਲ ਕਰਾਂਗੇ ਤੇ ਤੁਹਾਨੂੰ ਹੁਣ ਲੇਟ ਵੀ ਨਾ ਕਰੀਏ। ਅਸੰਖ ਮੂਰਖ ਅੰਧ ਘੋਰ, ਅੰਧੇਰੇ ਦਾ ਜੀਵਨ, ਉਹ ਚਾਨਣੇ ਦਾ ਜੀਵਨ ਸੀ। ਅਸੰਖ ਜਪ, ਅਸੰਖ ਭਾਵ। ਔਰ ਇਸ ਚੱਕਰ 'ਚ ਨਾ ਪੈਣਾ, ਗੁੱਗੂ ਹੀ ਅੰਧੇਰੇ 'ਚ ਆਉਂਦੇ ਨੇ। ਬਹੁਤੇ ਮਨੁੱਖ ਅੰਧੇਰੇ 'ਚ ਨੇ। ਕਲੱਬ ਨਾਲ ਤਾਲਮੇਲ ਬੈਠ ਸਕਦਾ ਹੈ, ਗੁਰਦੁਆਰੇ ਨਾਲ ਨਹੀਂ। ਸ਼ਰਾਬਖਾਨਿਆਂ ਨਾਲ ਤਾਲਮੇਲ ਬੈਠ ਸਕਦਾ ਹੈ, ਅੰਮ੍ਰਿਤ ਦੇ ਸੋਮਿਆਂ ਨਾਲ ਨਹੀਂ। ਜੂਏ ਖਾਨਿਆਂ ਨਾਲ, ਵੈਸ਼ਿਆਲਿਆਂ ਨਾਲ ਸੰਬੰਧ ਜੁੜ ਸਕਦਾ ਹੈ, ਗੁਰਦੁਆਰਿਆਂ ਨਾਲ ਨਹੀਂ, ਮੰਦਰਾਂ ਨਾਲ ਨਹੀਂ। ਅਕਸਰ ਪ੍ਰਭਾਤ ਦੇ ਸਮੇਂ ਦਰਵਾਜ਼ੇ ਖੁੱਲਦੇ ਨੇ ਭਾਰਤ ਵਿੱਚ, ਮੰਦਰਾਂ ਦੇ, ਗੁਰਦੁਆਰਿਆਂ ਦੇ। ਰਾਤ ਦੇ ਸਮੇਂ ਦਰਵਾਜ਼ੇ ਖੁੱਲਦੇ ਨੇ ਸ਼ਰਾਬਖਾਨਿਆਂ ਦੇ, ਵੈਸ਼ਿਆਲਿਆਂ ਦੇ। ਜਦ ਮੈਨੂੰ ਲਾਸ ਐਂਜਲਸ ਦੇ 'ਚੋਂ ਸਿੰਘ ਕਹਿਣ ਲੱਗਾ, ਗਏ ਨਹੀਂ ਜੀ ਤੁਹਾਨੂੰ ਰਾਤ ਦੀ ਜ਼ਿੰਦਗੀ ਦਿਖਾਈ ਹੈ। ਮੈਂ ਕਿਹਾ ਤੂੰ ਦੇਖਦਾ ਹੋਣਾ? ਕਹਿੰਦਾ ਹਾਂ। ਤਾਂ ਮੈਂ ਕਿਹਾ ਮੈਂ ਅੱਜ ਕਥਾ ਹੀ ਤੇ ਸੁਣਾਈ ਹੈ, ਰਾਤ ਦੀ ਜ਼ਿੰਦਗੀ ਤੇ ਉੱਲੂਆਂ ਦੀ ਆਉਂਦੀ ਹੈ, ਉੱਲੂ ਮੈਨੂੰ ਬਣਾਣਾ ਹੀ ਤੇ ਲੈ ਜਾ। ਕਹਿੰਦੇ ਗਏ ਨਹੀਂ ਜੀ ਤੁਸੀਂ ਤੇ ਪਰੋਕਸ਼ ਰੂਪ ਦੇ ਵਿੱਚ ਮੈਨੂੰ ਉੱਲੂ ਆਖਿਆ। ਪਰੋਕਸ਼ ਕਹਿੰਦੇ ਨੇ ਜਿਵੇਂ ਬੈਕਗ੍ਰਾਉਂਡ ਦੇ ਪਿੱਛੇ ਖੜੇ ਹੋ ਕੇ। ਸੰਸਕ੍ਰਿਤ ਦੇ ਸ਼ਬਦ ਹੈ ਪਰੋਕਸ਼, ਪਿੱਛੇ ਛੁਪ ਕੇ। ਤੁਸੀਂ ਤੇ ਮੈਨੂੰ ਉੱਲੂ ਕਹਿ ਦਿੱਤਾ। ਮੈਂ ਕਿਹਾ ਤੁਸੀਂ ਮੈਨੂੰ ਉੱਲੂ ਬਣਾਉਂਦੇ ਸੀ, ਮੈਂ ਕੀ ਕਰਾਂ ਫਿਰ, ਤੁਸੀਂ ਇਸ ਤਰ੍ਹਾਂ ਕਹਿ ਰਹੇ ਸੀ। ਲਾਸ ਵੇਗਾਸ 에ਅਰਪੋਰਟ ਦੇ ਉੱਤੇ ਪਲੇਨ ਬਦਲਣਾ ਸੀ, ਮੈਨੂੰ ਯਾਦ ਹੈ, ਇੱਥੋਂ ਹੀ ਗਿਆ ਸੀ ਮੈਂ ਲਾਸ ਐਂਜਲਸ। ਇੱਥੋਂ 에ਅਰਪੋਰਟ ਤੇ ਵੀ ਜੂਆ ਚੱਲ ਰਿਹਾ, ਹੱਦ ਹੋ ਗਈ। ਸਾਰਾ ਸ਼ਹਿਰ ਤੇ ਜੁਆਰੀਆਂ ਦਾ ਹੈ ਵੀ ਚਲੋ 에ਅਰਪੋਰਟ ਤੋਂ ਬਾਹਰ ਨਿਕਲ ਕੇ ਖੇਡ ਲਿਓ, ਉੱਥੇ ਵੀ ਖੇਡਦੇ ਨੇ, ਉੱਥੇ ਬੈਠਿਆਂ ਬੈਠਿਆਂ ਵੀ ਜੂਆ ਚੱਲ ਰਿਹਾ। ਰਾਤ ਦੀ ਜ਼ਿੰਦਗੀ। ਜੂਏ ਖਾਨਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ, ਵੈਸ਼ਾਲਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ, ਸ਼ਰਾਬਖਾਨਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ, ਥੀਏਟਰਾਂ ਤੇ ਕਲੱਬਾਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ। ਜਿਨ੍ਹਾਂ ਦੀ ਜ਼ਿੰਦਗੀ ਰਾਤ ਵਰਗੀ ਹੈ, ਉਹਨਾਂ ਦਾ ਉੱਥੇ ਤਾਲਮੇਲ ਬੈਠਦਾ ਹੈ, ਉੱਥੇ ਤਾਲਮੇਲ ਬੈਠਦਾ, ਉੱਥੇ ਦਿਖਾਈ ਦਿੰਦਾ ਹੈ। ਗੁਰਦੁਆਰੇ ਤੇ ਸ਼ਾਇਦ ਇਹਨਾਂ ਦੀ ਅੱਖਾਂ ਬੰਦ ਹੋ ਜਾਣਗੀਆਂ, ਕੁਛ ਨਹੀਂ ਦਿਖਾਈ ਦੇਗਾ, ਕੁਛ ਨਹੀਂ ਦਿਖਾਈ ਦੇਗਾ, ਕੁਛ ਵੀ ਨਹੀਂ ਦਿਖਾਈ ਦੇਗਾ। ਉਹਨਾਂ ਬਾਰੇ ਮੇਰੇ ਪਾਤਸ਼ਾਹ ਇਹ ਪੌੜੀ ਉਚਾਰਨ ਕਰਦੇ ਨੇ, ਇੱਕ ਚਾਨਣ ਪੱਖ, ਇੱਕ ਹਨੇਰਾ ਪੱਖ, ਇੱਕ ਦਿਨ ਦੀ ਜ਼ਿੰਦਗੀ, ਇੱਕ ਰਾਤ ਦੀ ਜ਼ਿੰਦਗੀ। ਉਹ ਜੋ ਰਾਤ ਦੀ ਜ਼ਿੰਦਗੀ ਹੈ, ਜਿਸ ਦਾ ਖੁਲਾਸਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ 18ਵੀਂ ਪੌੜੀ 'ਚ ਕਰਨਗੇ, ਕੱਲ ਆਪ ਜੀ ਦੇ ਸਾਹਮਣੇ ਰੱਖਾਂਗੇ। ਇੱਥੇ ਸਮਾਪਤੀ। ਬੱਚੀ ਨੇ ਇੱਕ ਸ਼ਬਦ ਪੜ੍ਹਨਾ, ਨਾਲੇ ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।